बहुत ही सत्कारयोग बेरोजगार ईटी टैट पास अध्यापक साथियों, सारिਆਂ ਨੂੰ ਸਤਿ ਸ਼੍ਰੀ ਅਕਾਲ। ਸਾਥੀਓ, ਅੱਜ ਆਪਣੀ ਮਾਣਯੋਗ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਸਾਥੀਓ, ਇੱਕ ਗੱਲ ਮੈਂ ਕਹਿ ਦਿਆਂ ਕਿਉਂਕਿ ਪਿਛਲਾ ਪ੍ਰੋਟੈਸਟ ਆਪਾਂ ਜਿਹੜਾ ਲਾਇਆ ਸੀਗਾ 9 ਤਰੀਕ ਨੂੰ ਆਪਣੀ ਯੂਨੀਅਨ ਨੂੰ ਲਗਾਇਆ ਸੀਗਾ। ਸੋ ਉਸ ਸਮੇਂ ਆਪਾਂ ਨੂੰ 18 ਤਰੀਕ ਦੀ ਜਿਹੜੀ ਉਹ ਮੀਟਿੰਗ ਦਿੰਦੇ ਸੀਗੇ। ਸੋ ਪ੍ਰਸ਼ਾਸਨ ਸੰਗਰੂਰ ਦੇ ਵੱਲੋਂ ਆਪਣੀ ਮੀਟਿੰਗ ਦਿੱਤੀ ਜਾ ਰਹੀ ਸੀ, ਪਰ ਕਾਫੀ ਲੰਮਾ ਸਮਾਂ ਜਿਹੜਾ ਉਹ ਵਿੱਚ ਪਾਇਆ ਜਾ ਰਿਹਾ ਸੀਗਾ ਮੀਟਿੰਗ ਦਾ, ਕਿਉਂਕਿ 15 ਅਗਸਤ ਸੀਗੀ ਵਿੱਚ, ਕਿਉਂਕਿ ਆਪਾਂ ਇਹ ਕਿਹਾ ਸੀਗਾ 15 ਅਗਸਤ ਦਾ ਸਮਾਂ ਜਿਹੜਾ ਹੈ ਉਹ ਸਰਕਾਰ ਟਪਾ ਰਹੀ ਹੈ। ਸੋ ਇਸ ਕਰਕੇ ਆਪਾਂ 18 ਤਰੀਕ ਦਾ ਮੀਟਿੰਗ ਦਾ ਸਮਾਂ ਜਿਹੜਾ ਹੈ ਉਸ ਦਾ ਬਾਈਕਾਟ ਕੀਤਾ ਸੀਗਾ। ਸੋ ਉਸ ਤੋਂ ਬਾਅਦ ਸਾਥੀਓ, ਅੱਜ ਜਦੋਂ ਸਾਨੂੰ ਪਤਾ ਚੱਲਿਆ ਕਿ ਹੋਰ ਕਾਫੀ ਜਥੇਬੰਦੀਆਂ ਦੀ ਜਿਹੜੀ ਉਹ ਮੀਟਿੰਗ ਹੋ ਰਹੀ ਹੈ, ਤਾਂ ਅੱਜ ਅਸੀਂ ਅਚਾਨਕ ਹੀ ਜਦੋਂ DPI ਦਫ਼ਤਰ ਪਹੁੰਚੇ ਤਾਂ ਉੱਥੇ ਸਾਨੂੰ ਪਤਾ ਚੱਲਿਆ ਕਿ ਜਿਹੜੇ ਅੱਜ ਮਾਣਯੋਗ CM ਸਾਹਿਬ ਆਫਰ ਲੈਟਰ ਜਿਹੜੇ ਹੈ ਉਹ 361 ਜਿਹੜੇ ਆਪਣੇ ਵਿਦ ਹੈਲਡ ਸੀਗੇ ਉਹਨਾਂ ਨੂੰ ਆਫਰ ਲੈਟਰ ਜਿਹੜੇ ਉਹ ਦੇ ਰਹੇ ਨੇ। ਸੋ ਸਾਥੀਓ, ਅਸੀਂ ਨਾਲ ਦੀ ਨਾਲ ਹੀ ਜਿਹੜਾ ਸੈਕਟਰੀਏਟ ਪਹੁੰਚੇ, ਕਿਉਂਕਿ ਹੋਰ ਵੀ ਜਥੇਬੰਦੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀ। ਅਤੇ ਸਾਥੀਓ, ਅਸੀਂ ਪੂਰੀ ਕੋਸ਼ਿਸ਼ ਕਰੀ ਕਿ ਸਾਨੂੰ ਮੀਟਿੰਗ ਜਿਹੜੀ ਉਹ ਦਿੱਤੀ ਜਾਵੇ, ਪਰ ਸਾਥੀਓ ਇਹ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸਾਨੂੰ 2 ਸਾਥੀਆਂ ਨੂੰ ਜਿਹੜਾ ਉਹ ਐਂਟਰੀ ਜਿਹੜੀ ਹੈ ਉਹ ਕਰਨ ਦਾ ਮੌਕਾ ਮਿਲਿਆ, ਜਿਹਦੇ 'ਚ ਜਰਨੈਲ ਨਾਗਰਾ ਅਤੇ ਮੇਰੇ ਵੱਲੋਂ ਜਿਹੜੀ ਹੈ ਉਹ ਅਸੀਂ ਮੀਟਿੰਗ ਜਿਹੜੀ ਹੈ ਸਾਨੂੰ ਦੋਵਾਂ ਨੂੰ ਐਂਟਰੀ ਦਾ ਜਿਹੜਾ ਉੱਥੇ ਮੌਕਾ ਦਿੱਤਾ ਗਿਆ। ਸੋ ਮੀਟਿੰਗ ਦੇ ਵਿੱਚ ਸਾਥੀਓ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਜਿਹੜੀ ਉਹ ਗੱਲਬਾਤ ਹੋਈ ਆਪਣੀ 6635 ਬਾਰੇ। 6635 ਦੇ ਵਿੱਚ ਮੰਤਰੀ ਸਾਹਿਬ ਨੂੰ ਅਸੀਂ ਕਿਹਾ ਕਿ ਸਾਡਾ ਪ੍ਰੋਸੈਸ ਜਿਹੜਾ ਹੈ ਉਹ ਵੇਟਿੰਗ ਲਿਸਟਾਂ ਦਾ ਅਤੇ ਡੀ ਰਿਜ਼ਰਵੇਸ਼ਨ ਜਿਹੜੀ ਉਹ ਕੀਤੀ ਜਾਵੇ, ਤਾਂ ਪ੍ਰੋਸੈਸ ਸਾਡਾ ਜਿਹੜਾ ਉਹ ਜਲਦੀ ਕੰਪਲੀਟ ਕੀਤਾ ਜਾਵੇ। ਸੋ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਤੁਹਾਡਾ ਪ੍ਰੋਸੈਸ ਅੱਜ ਵੀ ਜਿਹੜਾ ਉਹ ਅਸੀਂ ਕੰਪਲੀਟ ਕਰ ਰਹੇ ਹਾਂ। ਦੇਖੋ, 361 ਅਸਾਮੀਆਂ ਨੂੰ ਜਿਹੜਾ ਹੈ ਉਹ ਅੱਜ ਅਸੀਂ ਜਿਹੜਾ ਹੈ ਆਫਰ ਲੈਟਰ ਜਿਹੜੇ ਉਹ ਦੇ ਰਹੇ ਹਾਂ, ਉਹਨਾਂ ਨੂੰ ਸਟੇਸ਼ਨ ਜਿਹੜੇ ਆ ਅਲਾਟ ਕਰ ਰਹੇ ਹਾਂ। ਸੋ ਤੁਹਾਡਾ ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਕਿ ਤੁਹਾਡੀ 6635 ਦਾ ਪ੍ਰੋਸੈਸ ਕਿਤੇ ਵੀ ਜਿਹੜਾ ਉਹ ਰੁਕਿਆ ਨਹੀਂ ਹੋਇਆ। ਅੱਜ 361 ਅਸਾਮੀਆਂ ਤੋਂ ਉਹਨਾਂ ਨੂੰ ਆਫਰ ਲੈਟਰ ਦੇਣ ਤੋਂ ਬਾਅਦ ਅਗਲਾ ਪ੍ਰੋਸੈਸ ਜਿਹੜਾ ਹੈ ਵੇਟਿੰਗ ਦਾ ਉਹ ਸਾਡੇ ਵੱਲੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇਗਾ, ਅਤੇ ਬਹੁਤ ਜਲਦ ਜਿਹੜੀ ਹੈਗੀ ਹੈ ਉਹ ਅਸੀਂ ਭਰਤੀ ਜਿਹੜੀ ਹੈ ਕੰਪਲੀਟ ਕਰਾਂਗੇ, ਜਿਹਦੇ 'ਚ ਡੀ ਰਿਜ਼ਰਵੇਸ਼ਨ ਦਾ ਵੀ ਜਿਹੜਾ ਹੈ ਉਹ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਸੋ ਸਾਥੀਓ, ਪਹਿਲਾਂ ਮੈਂ ਇੱਕ ਹੀ ਗੱਲ ਕਰਦੇ ਹਾਂ ਕਿ 6635 ਦੇ ਵਿੱਚ ਜਿਹੜੇ ਵੇਟਿੰਗ ਵਾਲੇ ਹੈਗੇ ਆ ਉਹਨਾਂ ਦੀ ਲਿਸਟ ਜਿਹੜੀ ਉਹ ਪਹਿਲਾਂ ਪੈਣਗੀਆਂ, ਉਸ ਤੋਂ ਬਾਅਦ ਜਿਹੜੀ ਹੈ ਡੀ ਰਿਜ਼ਰਵੇਸ਼ਨ ਜਿਹੜੀ ਹੈ ਉਹ ਹੋਊਗੀ, ਫਿਰ ਉਹਨਾਂ ਦੀ ਸਕਰੂਟਰੀ ਜਿਹੜੀ ਹੈ ਉਹ ਕਰਵਾਈ ਜਾਊਗੀ। ਇਹ ਸਾਰਾ ਪ੍ਰੋਸੈਸ ਜਿਹੜਾ ਹੈ ਉਹ ਸਾਥੀਓ ਅਸੀਂ ਜਿਹੜੀ ਹੈ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਅਤੇ ਮੀਟਿੰਗ ਦੇ ਵਿੱਚ 6635 ਬਾਰੇ ਜਿਹੜੇ ਹੈ ਉਹ ਮੰਤਰੀ ਸਾਹਿਬ ਨੇ ਕਿਹਾ ਕਿ ਤੁਹਾਡਾ ਪ੍ਰੋਸੈਸ ਜਿਹੜਾ ਆਲਰੇਡੀ ਜਿਹੜਾ ਹੈ ਉਹ ਚੱਲ ਰਿਹਾ ਹੈ। ਪਰ ਸਾਥੀਓ, ਤੁਹਾਨੂੰ ਵੀ ਪਤਾ ਹੈ ਕਿ ਆਪਣਾ ਪ੍ਰੋਸੈਸ ਜਿਹੜਾ ਹੈ ਉਹ ਬਹੁਤ ਡਿਲੇ ਹੋ ਰਿਹਾ ਹੈ। ਚਾਹੇ ਅੱਜ 361 ਅਸਾਮੀਆਂ ਜਿਹੜੀ ਆਪਣੀ ਹੈਗੀ ਸੀਗੀ ETT ਵਾਲਿਆਂ ਨੂੰ ਵਿਦ ਹੈਲਡ ਸੀਗੀ, ਉਹਨਾਂ ਨੂੰ ਆਫਰ ਲੈਟਰ ਮਿਲ ਚੁੱਕੇ ਨੇ, ਪਰ ਤਕਰੀਬਨ 1.5 ਮਹੀਨੇ ਤੋਂ ਉੱਪਰ ਹੋ ਚੱਲਿਆ ਜਿਹੜੀ ਆਪਣੀ ਸੈਕੰਡ ਲਿਸਟ ਜਿਹੜੀ ਉਹ ਨਹੀਂ ਪਾਏਗੀ, ਕਿਉਂਕਿ 361 ਜਿਹੜੇ ਸੀਗੇ ਪਹਿਲੀ ਲਿਸਟ ਵਾਲੀ ਸੀਗੇ। ਸੋ ਉਸ ਤੋਂ ਅਗਲਾ ਪ੍ਰੋਸੈਸ ਜਿਹੜਾ ਹੈ ਉਹ ਅਸੀਂ ਡਿਪਾਰਟਮੈਂਟ ਦੇ ਨਾਲ ਮੀਟਿੰਗਾਂ ਕਰਕੇ ਬਹੁਤ ਜਲਦੀ ਜਿਹੜੀ ਹੈ ਉਹ ਅਗਲੀ ਲਿਸਟਾਂ ਜਿਹੜੀ ਉਹ ਅਸੀਂ ਪਵਾਵਾਂਗੇ, ਕਿਉਂਕਿ ਤੁਹਾਨੂੰ ਵੀ ਪਤਾ ਕਿ ਡਿਪਾਰਟਮੈਂਟ ਜਿਹੜਾ ਹਜੇ ਵੀ ਸਲੋ ਜਿਹੜਾ ਉਹ ਚੱਲ ਰਿਹਾ, ਪਰ ਆਪਾਂ ਨੂੰ ਵਾਰ-ਵਾਰ ਜਿਹੜਾ ਹੈ ਉਹ ਮੀਟਿੰਗਾਂ ਜਿਹੜੀਆਂ ਨੇ ਉਹ ਕਰਨੀਆਂ ਪੈਣਗੀਆਂ ਡਿਪਾਰਟਮੈਂਟ ਦੇ ਨਾਲ, ਅਤੇ ਇਸ ਪ੍ਰੋਸੈਸ ਨੂੰ ਜਿਹੜਾ ਉਹ ਅੱਗੇ ਚਲਾਉਣਾ ਪਊਗਾ। ਇਹ ਸਾਥੀਓ ਆਪਣੀ 6635 ਦੀ ਜਿਹੜੀ ਹੈ ਉਹ ਗੱਲਬਾਤ ਸੀ, ਇਹ ਹੋਈ ਹੈ ਮੰਤਰੀ ਸਾਹਿਬ ਦੇ ਨਾਲ, ਅਤੇ ਜੋ ਵੀ ਹੈ ਅਗਲਾ ਪ੍ਰੋਸੈਸ ਜਿਹੜਾ ਹੈ ਉਹ ਆਪਾਂ ਚਲਾਵਾਂਗੇ। ਇਹ 6635 ਦੀ ਜਿਹੜੀ ਹੈ ਉਹ ਆਪਣੀ ਗੱਲ ਸੀਗੀ। ਇਸ ਤੋਂ ਅੱਗੇ ਸਾਥੀਓ ਆਪਣੀ ਜਿਹੜੀ ਹੈ 2364 ਦੀ 2364 ਦੀ ਜਿਹੜੀ ਮੰਤਰੀ ਸਾਹਿਬ ਦੇ ਅੱਗੇ ਜਿਹੜੀ ਉਹ ਮੰਗ ਰੱਖੀ ਗਈ ਹੈ ਭਰਤੀ ਨੂੰ ਬਹਾਲ ਕਰਾਉਣ ਦੇ ਲਈ, ਕਿਉਂਕਿ 23 ਅਗਸਤ ਨੂੰ ਜਿਹੜੀ ਉਹ ਆਪਣੀ ਹੀਅਰਿੰਗ ਹੈ। ਸੋ ਜਦੋਂ ਅਸੀਂ ਇਹ ਮੰਗ ਰੱਖੀ ਮੰਤਰੀ ਸਾਹਿਬ ਦੇ ਅੱਗੇ, ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਇਹ ਜਿਹੜਾ ਐਫੀਡੇਵਿਟ ਦੇਣਾ ਹੈ ਉਹ ਮੇਰੇ ਵੱਲੋਂ ਜਿਹੜਾ ਹੈ ਉਹ ਕੰਪਲੀਟ ਹੈ। ਮੈਂ ਅਫਸਰਸ਼ਾਹੀ ਨੂੰ ਕਹਿ ਚੁੱਕਿਆ, ਅਤੇ ਇਹ ਕੰਮ ਜਿਹੜਾ ਹੈਗਾ ਹੈ ਉਹ ਅਫਸਰਸ਼ਾਹੀ ਦਾ ਹੈ। ਜੋ ਡਿਪਾਰਟਮੈਂਟ ਦੇ ਵੱਲੋਂ ਜੱਜ ਸਾਹਿਬ ਨੇ ਐਫੀਡੇਵਿਟ ਮੰਗਿਆ ਹੈ, ਹੁਣ ਇਸ ਦਾ ਜਿਹੜਾ ਜਵਾਬ ਹੈ ਉਹ ਅਫਸਰ ਜਿਹੜੇ ਹੈ ਸਾਡੇ ਐਜੂਕੇਸ਼ਨ ਰਿਲੇਟਡ ਜੋ ਅਫਸਰ ਹੈ ਉਹਨਾਂ ਨੇ ਇਸ ਦਾ ਜਿਹੜਾ ਹੈ ਉਹ ਜਵਾਬ ਦੇਣਾ। ਮੇਰਾ ਇਸ ਦੇ ਵਿੱਚ ਕੋਈ ਵੀ ਜਿਹੜਾ ਹੈ ਇਨਵੋਲਵ ਜਿਹੜਾ ਉਹ ਮੈਂ ਨਹੀਂ ਹੈਗਾ। ਇਸ ਦਾ ਜਵਾਬ ਜਿਹੜਾ ਹੈ ਉਹ ਅਫਸਰ ਜਿਹੜੇ ਹੈਗੇ ਐਜੂਕੇਸ਼ਨ ਡਿਪਾਰਟਮੈਂਟ ਦੇ ਉਹੀ ਦੇਣਗੇ। ਸੋ ਉਸ ਤੋਂ ਬਾਅਦ ਸਾਥੀਓ ਆਪਣੀ ਜਿਹੜੀ ਗੱਲ
5994 ਦੇ ਪੋਰਟਲ ਦੀ ਹੋਈ ਸੀਗੀ। 5994 ਦਾ ਪੋਰਟਲ ਜਿਹੜਾ ਹੈ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਉਸ ਦੇ ਲਈ ਬਹੁਤ ਹੀ ਜਲਦੀ ਜਿਹੜੀ ਹੈ ਉਹ ਅਸੀਂ ਪੋਰਟਲ ਖੋਲ੍ਹਣ ਦੀ ਜਿਹੜੀ ਹੈ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ, ਅਤੇ ਪੂਰੀ ਕੋਸ਼ਿਸ਼ ਹੈ ਵੀ ਥੋੜ੍ਹੇ ਸਮੇਂ ਦੇ ਵਿੱਚ ਹੀ ਜਿਹੜਾ ਹੈ ਅਸੀਂ 5994 ਦਾ ਜਿਹੜਾ ਪੋਰਟਲ ਜਿਹੜਾ ਉਹ ਓਪਨ ਕਰਾਂਗੇ। ਲਗਭਗ ਸਾਥੀਓ ਆਪਾਂ ਮੰਨ ਲਈਏ ਕਿ ਅਗਸਤ ਦੇ ਐਂਡ ਤੱਕ ਜਿਹੜਾ ਹੈ ਉਹ ਆਪਣਾ ਪੋਰਟਲ ਓਪਨ ਹੋਣ ਦੀ ਜਿਹੜੀ ਉਮੀਦ ਹੈ, ਜਿਸ ਹਿਸਾਬ ਨਾਲ ਮੰਤਰੀ ਸਾਹਿਬ ਨੇ ਜਿਹੜੀ ਉਹ ਗੱਲ ਕਰੀ ਹੈ। ਸੋ ਇਹ ਸਾਥੀਓ ਜਿਹੜੀ ਆਪਣੀ 6635 2364 ਦੀ ਔਰ 5994 ਦੀ ਜਿਹੜੀ ਹੈ ਇਹ ਜਿਹੜੀ ਉਹ ਆਪਣੀ ਗੱਲਬਾਤ ਜਿਹੜੀ ਉਹ ਹੋਈ ਹੈ। ਸੋ ਉਸ ਤੋਂ ਬਾਅਦ ਸਾਥੀਓ ਬਾਕੀ ਤੁਹਾਨੂੰ ਮੈਂ ਇੱਕ ਗੱਲ ਕਰਦੇ ਹਾਂ ਕਿ ਜਿਹੜੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਵਸਨੀਕ ਜਿਹੜੇ ਯੂਥ ਹੈ ਜਿਹੜਾ ਉਹਨਾਂ ਨੂੰ ਮੌਕਾ ਜਿਹੜਾ ਹਰੇਕ ਜੋਬ ਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਦਿੱਤਾ ਜਾਵੇ, ਉਸ ਪ੍ਰਤੀ ਜਿਹੜੀ ਉਹ ਗੱਲਬਾਤ ਹੋਈ ਹੈ ਕਿ ਚਾਹੇ ਉਹ ਪੰਜਾਬ ਡੋਮਿਸਾਈਲ ਉਸ ਦੀ ਮੰਗ ਜਿਹੜੀ ਹੈ ਉਹ ਰੱਖੀ ਗਈ। ਤਾਂ ਮੰਤਰੀ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਮੰਗ ਜਿਹੜੀ ਹੈ ਆਲਰੇਡੀ ਜਿਹੜੀ ਹੈ ਉਹ CM ਸਾਹਿਬ ਤੱਕ ਪਹਿਲੇ ਵੀ ਪਹੁੰਚ ਚੁੱਕੀ ਹੈ। ਤਾਂ ਇਸ 'ਤੇ ਜਿਹੜੀ ਉਹ ਵਿਚਾਰ ਜਿਹੜੇ ਉਹ ਚੱਲ ਰਿਹਾ, ਚਾਹੇ ਉਹ ਕੁਛ % ਦਿੱਤਾ ਜਾਵੇ, ਚਾਹੇ ਉਹ ਹੋ ਸਕਦਾ ਟੈਸਟ ਦਾ, ਚਾਹੇ ਉਹ ਕੁਛ ਵੀ ਹੈ ਜਿਹੜਾ ਵੀ ਉਹ ਅਸੀਂ ਆਲਰੇਡੀ ਜਿਹੜਾ ਹੈ ਆਪਦੇ ਵੱਲੋਂ ਕਰ ਰਹੇ ਹਾਂ ਕਿ ਜਿਹਦੇ ਵਿੱਚ ਜਿਹੜੇ ਪੰਜਾਬ ਦੇ ਕੈਂਡੀਡੇਟਾਂ ਨੂੰ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਉਹ ਮੌਕਾ ਮਿਲ ਸਕੇ। ਇਸ ਤੋਂ ਬਾਅਦ ਸਾਥੀਓ ਆਪਣੇ ਓਵਰਏਜ ਦਾ ਜਿਹੜਾ ਮਸਲਾ ਹੈਗਾ, ਓਵਰਏਜ ਦੇ ਮਸਲੇ 'ਤੇ ਸਾਥੀਓ ਗੱਲਬਾਤ ਹੋਈ ਹੈ, ਜਿਹਦੇ ਵਿੱਚ ਸਾਥੀਓ ਤੁਹਾਨੂੰ ਮੈਂ ਕਲੀਅਰ ਕਰ ਦਿਆਂ ਕਿ ਇੱਕ ਸਟੇਟ ਦੀ ਜਿਹੜੀ ਓਵਰਏਜ ਦੀ ਜਿਹੜੀ ਹੈ ਇੱਕ ਯੂਨੀਅਨ ਬਣੀ ਹੋਈ ਹੈ, ਕਮੇਟੀ ਬਣੀ ਹੋਈ ਹੈ। ਸੋ ਉਹ ਵੀ ਉਹਨਾਂ ਨੇ ਵੀ ਅੱਜ ਮੀਟਿੰਗ ਕੀਤੀ, ਅਸੀਂ ਵੀ ਨਾਲ ਹੀ ਸੀਗੇ। ਜੋ ਗੱਲਬਾਤ ਹੋਈ ਹੈ ਉਹ ਤੁਹਾਨੂੰ ਕਲੀਅਰ ਕਰਦੇ ਹਾਂ ਕਿ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਰੱਖੀ ਗਈ ਕਿ ਪਿਛਲੀਆਂ ਸਰਕਾਰਾਂ ਨੇ ਵੀ ਜਿਹੜਾ ਉਹ ਮੌਕਾ ਨਹੀਂ ਦਿੱਤਾ ਕੈਂਡੀਡੇਟਾਂ ਨੂੰ, ਤਾਂ ਹੁਣ ਮੌਕਾ ਜਿਹੜਾ ਇੱਕ ਜ਼ਰੂਰ ਦਿੱਤਾ ਜਾਵੇ। ਕਿਉਂਕਿ ਸਾਥੀ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੀ ਸਟੇਟ ਕਮੇਟੀ ਜਿਹੜੀ ਓਵਰਏਜ ਵਾਲੇ ਹੈਗੀ ਸਾਥੀ, ਉਹ ਟੀਮ ਜਿਹੜੀ ਹੈ ਉੱਥੇ ਹਾਜ਼ਰ ਸੀਗੀ, ਤਾਂ ਉਹਨਾਂ ਵੱਲੋਂ ਵੀ ਤਾਂ ਬਾਅਦ ਵਿੱਚ ਸਾਡੇ ਵੱਲੋਂ ਵੀ ਜਿਹੜੀ ਉਹ ਸਾਰੀ ਇਹ ਮੰਗ ਰੱਖੀ ਗਈ ਸੀ। ਤਾਂ ਪਰ ਸਾਥੀ ਉੱਥੇ ਮੰਤਰੀ ਸਾਹਿਬ ਜਿਹੜੇ ਹੈ ਉਹਨਾਂ ਵੱਲੋਂ ਰਿਪਲਾਈ ਤਾਂ ਦੇਖੋ ਕੀਤਾ ਗਿਆ, ਪਰ ਉਹਨਾਂ ਨੇ ਇਹ ਮੈਟਰ ਜਿਹੜਾ ਹੈ ਉਹ ਅੱਗੇ ਜਿਹੜਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਜ਼ਿਆਦਾ ਡਿਸਕਸ ਕਰਕੇ ਜਿਹੜੀ ਉਹ ਰੱਖਾਂਗੇ, ਪਰ ਕੋਈ ਠੋਸ ਜਵਾਬ ਜਿਹੜਾ ਉਹ ਸਾਨੂੰ ਸਾਥੀ ਉਹ ਨਹੀਂ ਮਿਲਿਆ ਅਜੇ ਤੱਕ ਓਵਰਏਜ ਦੇ ਮਸਲੇ 'ਤੇ। ਕਿਉਂਕਿ ਜਿਹੜੇ ਉਹ ਸਾਥੀ ਸਟੇਟ ਟੀਮ ਜਿਹੜੀ ਬਣੀ ਹੋਈ ਹੈ ਆਪਣੇ ਓਵਰਏਜ ਸਾਥੀ ਜਿਹੜੇ ਹੈਗੇ ਸੀਗੇ ਉਹਨਾਂ ਵੱਲੋਂ ਪੂਰੇ ਜ਼ੋਰ 'ਤੇ ਜਿਹੜੀ ਉਹ ਮੰਗ ਰੱਖੀ ਗਈ ਸੀ, ਸਾਡੇ ਵੱਲੋਂ ਵੀ ਇਹ ਮੰਗ ਰੱਖੀ ਗਈ ਸੀਗੀ। ਪਰ ਉੱਥੇ ਸਾਥੀਓ ਇਹ ਗੱਲ ਹੋਈ ਸੀਗੀ ਵੀ ਜਿਹੜੀ B.Ed ਦਾ ਪੇਪਰ ਹੋ ਰਿਹਾ ਹੈ ਵੀ ਉਹਦੇ ਵਿੱਚ ਤਾਂ ਮੌਕਾ ਨਹੀਂ ਦਿੱਤਾ ਗਿਆ, ਪਰ 5994 ਦਾ ਹਜੇ ਪੋਰਟਲ ਓਪਨ ਨਹੀਂ ਹੋਇਆ ਵੀ ਸਰਕਾਰ ਚਾਹੇ ਤਾਂ 5994 ਦੇ ਵਿੱਚ ਇਹਨਾਂ ਸਾਰੇ ਸਾਥੀਆਂ ਨੂੰ ਇੱਕ ਮੌਕਾ ਜਿਹੜਾ ਹੈ ਉਹ ਜ਼ਰੂਰ ਦੇਵੇ ਤਾਂ ਜੋ ਉਹਨਾਂ ਨੂੰ ਵੀ ਰੁਜ਼ਗਾਰ ਜਿਹੜਾ ਉਹ ਮਿਲ ਸਕੇ। ਸੋ ਇਹ ਅਸੀਂ ਵੀ ਸਰਕਾਰ ਦੇ ਅੱਗੇ ਮੰਤਰੀ ਸਾਹਿਬ ਦੇ ਅੱਗੇ ਜਿਹੜੀ ਉਹ ਆਦੀ ਮੰਗਾਂ ਜਿਹੜੀਆਂ ਉਹ ਰੱਖ ਕੇ ਆਏ ਹਾਂ। ਸੋ ਸਾਥੀਓ ਅੱਜ ਮੀਟਿੰਗ ਜਿਹੜੀ ਹੈ ਹੋਈ ਹੈ ਉਹ ਆਪਣੀ ਵਧੀਆ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ। ਪਹਿਲਾਂ ਪੰਜਾਬ ਭਵਨ ਦੇ ਵਿੱਚ ਬੁਲਾਇਆ ਸੀਗਾ, ਪਰ ਉਸ ਤੋਂ ਬਾਅਦ ਜਿਹੜੀ ਉਹ ਸਾਨੂੰ ਸੈਕਟਰੀਏਟ ਦੇ ਵਿੱਚ ਜਿਹੜਾ ਉਹ ਬੁਲਾਇਆ ਗਿਆ, ਕਿਉਂਕਿ ਪੰਜਾਬ ਭਵਨ ਦੇ ਵਿੱਚ ਜਦੋਂ ਮੰਤਰੀ ਸਾਹਿਬ ਬੈਠੇ ਸੀਗੇ ਉਸ ਤੋਂ ਬਾਅਦ CM ਸਾਹਿਬ ਨੇ ਆਫਰ ਲੈਟਰ ਜਿਹੜੇ ਦੇਣੇ ਸੀਗੇ 361 ਮੈਂਬਰਾਂ ਨੂੰ ਵਿਦ ਹੈਲਡਰ ਨੂੰ ਅਤੇ ਮੰਤਰੀ ਸਾਹਿਬ ਨੂੰ ਸੈਕਟਰੀਏਟ ਦੇ ਵਿੱਚ ਬੁਲਾ ਲਿਆ ਸੀਗਾ। ਇਸ ਲਈ ਆਪਾਂ ਨੂੰ ਆਪਣੀ ਮੀਟਿੰਗ ਜਿਹੜੀ ਉਹ ਸੈਕਟਰੀਏਟ ਦੇ ਵਿੱਚ ਜਿਹੜੀ ਉਹ ਹੋਈ ਹੈ। ਸੋ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਸਾਥੀਓ ਅਸੀਂ ਦੱਸਤੀ ਹੈ, ਅਤੇ ਮੀਟਿੰਗ ਜਿਹੜੀ ਹੈ ਉਹ ਆਪਣੀ ਤਕਰੀਬਨ ਸਕਸੈਸਫੁਲ ਹੋਈ ਹੈ, ਪਰ ਕੁਛ ਮੰਗਾਂ ਜਿਹੜੀਆਂ ਹਜੇ ਵੀ ਆਪਣੀਆਂ ਜਿਹੜੀਆਂ ਨੇ ਉਹ ਜਿਉਂ ਦੀ ਤਿਉਂ ਹੀ ਹਜੇ ਖੜੀਆਂ ਨੇ। ਜਿਵੇਂ ਓਵਰਏਜ ਦਾ ਮਸਲਾ ਹੈ, ਚਾਹੇ ਉਹ ਆਪਣੀ 2364 ਦਾ ਹਜੇ ਤੱਕ ਉਹਦੇ 'ਤੇ ਵੀ ਆਪਾਂ ਨੂੰ, ਕਿਉਂਕਿ ਮੰਤਰੀ ਸਾਹਿਬ ਨੇ ਕਿਹਾ ਕਿ ਵੀ ਜਿਹੜੀ ਹੈ ਸਾਡੀ ਐਜੂਕੇਸ਼ਨ ਰਿਲੇਟਡ ਜੋ ਅਫਸਰ ਹੈ ਉਹੀ ਇਸ ਦਾ ਜਿਹੜਾ ਐਫੀਡੇਵਿਟ ਜਿਹੜੇ ਹੈ ਉਹ ਦੇਣਗੇ। ਤਾਂ ਬਾਕੀ ਦੇਖੋ ਸਾਥੀਓ 2364 ਦਾ 23 ਅਗਸਤ ਤੱਕ ਕਿਸ ਤਰੀਕੇ ਦਾ ਜਿਹੜਾ ਹੈ ਉਹ ਐਫੀਡੇਵਿਟ ਜਿਹੜੀ ਉਹ ਸਰਕਾਰ ਪੇਸ਼ ਕਰਦੀ ਹੈ, ਡਿਪਾਰਟਮੈਂਟ ਪੇਸ਼ ਕਰਦਾ ਹੈ, ਅਤੇ ਆਪਾਂ ਨੂੰ ਕੀ ਉਸ 'ਤੇ ਰਿਪਲਾਈ ਜਿਹੜਾ ਹੈ 23 ਅਗਸਤ ਨੂੰ ਜਿਹੜਾ ਜੱਜ ਸਾਹਿਬ ਦੇ ਵੱਲੋਂ ਮਿਲਦਾ ਹੈ। ਸੋ ਸਾਥੀਓ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਥ ਦਿੰਦੇ ਰਹੋ ਯੂਨੀਅਨ ਦਾ। ਤਾਂ ਹਰੇਕ ਮੰਗ 'ਤੇ ਜਿਹੜੀ ਉਹ ਆਪਾਂ ਲੜਾਂਗੇ, ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਸਾਥੀ ਜਿਹੜੇ ਹੈ ਆਪਣੇ ਜਿਹੜੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੂਬਾ ਪ੍ਰਧਾਨ ਦੀਪਕ ਕੰਬੋਜ, ਬੇਰੁਜ਼ਗਾਰ ET ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।